ऑन डॉक्यूमेंट की है आज की डेट ऑरेंज है कि रेड है दसो ਰੈੱਡ ਹੈ ਜੀ ਰੈੱਡ किथे दिखाओ जी किथे है सर केड़े कागज च है जी रेड है जेड़े अपलोड होए उन्हां च किथे रेड लिखिया जी ਉਹਦੇ ਚ orange ਹੈ ਜੀ ਉਹ हाँ बस यही पूछना चाहते हैं कि पीपीसीबी ने सुप्रीम कोर्ट की वायलेशन नहीं की डायरेक्शन सी ऑरेंज नहीं ऑरेंज डॉक्यूमेंट किद्दां अपलोड हो गया दसो ਤੁਹਾਡੀ ਵੈਬਸਾਈਟ ਤੇ ਜੋ ਡਾਕੂਮੈਂਟ ਪਿਆ ਕੀ ਉਹ ਰੈੱਡ ਜਾਂ ਔਰੇਂਜ ਦੱਸਦਾ ਹੈ ਉਹ ਤਾਂ ਚਲੋ ਨਹੀਂ ਸਰ ਕਲੀਅਰ ਦੱਸੋ ਇਹ ਵਾਇਓਲੇਸ਼ਨ ਆਫ ਆਨਰੇਬਲ ਸੁਪਰੀਮ ਕੋਰਟ ਦੇ ਆਰਡਰ ਦਾ ਹੈ ਐਨੀ ਕੰਸੈਂਟ ਅਪਰੂਵਲ ਆਫ ਪਰਮਿਸ਼ਨ ਦੈਟ ਹੈਜ਼ ਬੀਨ ਗ੍ਰਾਂਟਡ ਉਹ ਕਹਿੰਦੇ ਜਿਹੜੀ ਪੁਰਾਣੀ ਗ੍ਰਾਂਟ ਹੋਈ ਹੈ ਉਹ ਵੀ ਕੁਆਸ਼ ਹੋ ਗਈ ਰਿਲੈਕਸ ਸਾਈਟਿੰਗ ਦੀ ਇੱਥੇ ਤੁਸੀਂ ਕਹਿੰਦੇ ਸਾਨੂੰ ਪਤਾ ਨਹੀਂ ਤੇ ਮਾਰਚ ਤੁਸੀਂ ਔਰੇਂਜ ਕੈਟਾਗਰੀ ਦਾ ਤੁਸੀਂ ਕਹਿੰਦੇ ਹੋ ਰੈੱਡ ਕੈਟਾਗਰੀ ਕੰਪਨੀ ਨੂੰ ਕਹਦਾ ਮਤਲਬ ਤੁਸੀਂ ਆਪਸ ਚ ਖੇਡ ਰਹੇ ਹੋ ਆਮ ਲੋਕਾਂ ਨੂੰ ਕੁਝ ਨਹੀਂ ਪਤਾ ਨਹੀਂ ਆਮ ਲੋਕਾਂ ਨੂੰ ਸਰ ਆਮ ਲੋਕਾਂ ਨੂੰ ਅੱਜ ਤੋਂ ਪਹਿਲੇ ਕਦੋਂ ਜਾਣਕਾਰੀ ਦਿੱਤੀ ਗਈ ਕਿ ਇਹ ਰੈੱਡ ਕੈਟਾਗਰੀ ਹੈ ਸਰ ਅਸੀਂ ਜਿਹੜੀ ਰਿਪੋਰਟ ਆ ਸਰ ਨਹੀਂ ਕਦੋਂ ਜਾਣਕਾਰੀ ਦਿੱਤੀ ਗਈ ਸਰ ਸੁਪਰੀਮ ਕੋਰਟ ਦੇ ਆਰਡਰ ਆ ਜਿਹੜੇ ਉਹ ਜਨਤਕ ਹੀ ਨੇ ਜੀ ਨਹੀਂ ਜਨਤਕ ਨਹੀਂ ਹੈ ਨਾ ਇਹ ਨੋਟ ਕਰੋ ਜੀ ਇਹ ਨੋਟ ਕਰੋ ਇਹ ਕਹਿ ਰਿਹਾ ਜੀ ਜਨਤਕ ਨੇ ਲੋਕਾਂ ਨੂੰ ਗੁੰਮਰਾਹ ਕਰਕੇ ਇਹਨਾਂ ਨੇ ਔਰੇਂਜ ਬਣਾ ਕੇ ਇਸੇ ਲੋਕਾਂ ਨਾਲ ਪਬਲਿਕ ਪਰ ਰਿਪੋਰਟ ਤਾਂ ਲੋਕਾਂ ਨੂੰ ਤਾਂ ਮਿਸਲੀਡ ਕੀਤਾ ਗਿਆ ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਕਿ ਰੈੱਡ ਜਾਂ ਔਰੇਂਜ ਹੈ ਜੀ ਕਨਕਲੂਜਨ ਹੈ ਇਹ ਵਾਇਓਲੇਸ਼ਨ ਆਫ ਦਾ ਸੁਪਰੀਮ ਕੋਰਟ ਆਰਡਰ ਹੈ ਔਰ ਅੱਜ ਦੀ ਹੀਅਰਿੰਗ ਨਲ ਐਂਡ ਵੋਇਡ ਕਰਨੀ ਚਾਹੀਦੀ ਹੈ ਟਰਮ ਬਿਕੋਜ਼ ਤੁਸੀਂ ਲੋਕਾਂ ਨੂੰ ਗੁੰਮਰਾਹ ਕੀਤਾ ਹੈ ਔਰੇਂਜ ਕੈਟਾਗਰੀ ਤਾਂ ਹੈ ਹੀ ਨਹੀਂ ਜਦੋਂ ਸੁਪਰੀਮ ਕੋਰਟ ਨੇ ਕੁਐਸ਼ ਕੀਤੀ ਹੈ ਕਿਉਂ ਨਹੀਂ ਇਹ ਕਾਰਪੋਰੇਟ ਹਾਊਸਸ ਡੈਜ਼ਿਗਨੇਟਡ ਇੰਡਸਟਰੀਅਲ ਜ਼ੋਨ ਚ ਜ਼ਮੀਨ ਉਹ ਲੈਂਦੇ ਤੇ ਉੱਥੇ ਲਾਉਂਦੇ ਆ ਉੱਥੇ ਤੁਹਾਡਾ ਬਿਜਲੀ ਦਾ ਇੰਤਜ਼ਾਮ ਹੈ ਸੜਕਾਂ ਦਾ ਇੰਤਜ਼ਾਮ ਹੈ ਕਿਉਂ ਪਿੰਡਾਂ ਚੋਂ ਆ ਕੇ ਜ਼ਮੀਨ ਸਸਤੀ ਲੈ ਕੇ ਸੀਐਲਯੂ ਕਰਕੇ ਸਾਰੇ ਤਬਾਹੀ ਕਰਦੇ ਪਿੰਡ ਮਰਾਹੜ ਡਿਸਟ੍ਰਿਕਟ ਫਰੀਦਕੋਟ ਕਲੈਰਿਟੀ ਸਰ ਮੈਂ ਇਤਰਾਜ਼ ਦੇ ਤੌਰ ਤੇ ਇੱਕ ਗੱਲ ਕਰਨੀ ਚਾਹੁੰਦਾ ਹੈ ਕਿ ਮੈਡਮ ਨੇ ਕਿਹਾ ਕਿ ਇਹ ਕਿਹੜੀ ਫੈਕਟਰੀ ਹੈ ਇਹ ਰੈੱਡ ਕੈਟਾਗਰੀ ਹੈ ਤਾਂ ਰਿਪੋਰਟ ਦੇ ਵਿੱਚ ਔਰੇਂਜ ਕਿਉਂ ਲਿਖਿਆ ਗਿਆ ਹੈ ਇਹਦਾ ਜਵਾਬ ਜੋ ਦੇਣਾ ਚਾਹੇ ਦੇ ਸਕਦਾ ਹੈ ਮੈਮ ਦੱਸੋ ਮੈਡਮ ਪਲੀਜ਼ ਮਾਈਕ ਦਿਓ ਜੀ ਇਹਨਾਂ ਨੂੰ ਕਮਾਈ ਹੁਣ ਉਧਰ ਰੱਖੋ ਉਧਰ ਦੂਜਾ ਹੈ ਹੁਣ ਨਾ ਤੂੰ ਨਹੀਂ ਕਮਾਉਣਾ ਭਾਜੀ ਮਾੜਾ ਜਾ ਗਿਓ ਤੁਸੀਂ ਮਾੜਾ ਜਾ ਗਿਓ ਇੱਕ ਮਿੰਟ ਇੱਥੇ हेलो ਸਰ ਨਾਮ ਦੱਸ ਕੇ ਸਰ ਥੱਲੋਂ ਨਹੀਂ ਰੱਖਿਆ मेरा नाम अबकर सिंह रावत है और मैं जेके सीमेंट को रिप्रेजेंट कर रहा हूँ सर जो ये कैटेगराइजेशन है ਇੱਕ ਮਿੰਟ ਹਿੰਦੀ ਨਹੀਂ ਪੰਜਾਬੀ ਸਾਨੂੰ ਸਮਝ ਨਹੀਂ ਆਉਂਦੀ ਹਿੰਦੀ ਪੰਜਾਬੀ ਵਾਲਾ ਬੰਦਾ ਬੁਲਾ ਦਿਓ ਕੋਈ ਪੰਜਾਬੀ ਬੋਲੋ ਜੀ ਪੰਜਾਬੀ ਇੱਥੇ ਪੰਜਾਬ 'ਚ ਖੜੇ ਆ ਇਹ ਕਹਿਣਾ ਚਾਹੁੰਦੇ ਸੀਗੇ ਕਿ ਜਿਸ ਵੇਲੇ ਇਹ ਰਿਪੋਰਟ ਬਣੀ ਸੀਗੀ ਉਸ ਵੇਲੇ ਨੋਟੀਫਿਕੇਸ਼ਨ ਸੀ ਔਰੇਂਜ ਸੀਗਾ ਬਾਅਦ ਚ ਨੋਟੀਫਿਕੇਸ਼ਨ ਆਇਆ ਹੈ ਜਿਹਦੇ ਇਹਨੂੰ ਰੈੱਡ ਚ ਡਾਲਿਆ ਜਾਏਗਾ ਕਲਿੰਟਰ ਬ੍ਰਾਂਡਿੰਗ ਯੂਨਿਟ ਚ ਸਰ ਸਾਈਟ ਤੇ ਕਰੈਕਟ ਕਰਨ ਲਈ ਕਿੰਨਾ ਕੁ ਚਿਰ ਲੱਗਦਾ ਹੈ ਸਾਈਟ ਤੇ ਕਰੈਕਟ ਕਰਨ ਲਈ ਕਿੰਨਾ ਕੁ ਚਿਰ ਲੱਗਦਾ ਹੈ ਇਹ ਕਦੋਂ ਹੋਇਆ ਨੋਟੀਫਿਕੇਸ਼ਨ ਕਦੋਂ ਆਈ ਹੈ ਇੱਕ ਮਿੰਟ ਦੱਸੋ ਨੋਟੀਫਿਕੇਸ਼ਨ ਆਇਆ ਹੈਗਾ ਇਹ ਦਸੰਬਰ 2025 ਚ ਆਇਆ ਹੈਗਾ ਤੇ ਨਾਲੇ ਰਿਪੋਰਟ ਚ ਔਰੇਂਜ ਕੈਟਾਗਰੀ ਨਹੀਂ ਲਿਖਿਆ ਹੋਇਆ ਸੀਗਾ ਰੈੱਡ ਕੈਟਾਗਰੀ ਦੀ ਯੂਨਿਟ ਹੈ ਰੈੱਡ ਕੈਟਾਗਰੀ ਤੇ ਹੀ ਜਾ ਰਹੇ ਹਾਂ ਕਿਉਂਕਿ ਇਹਦਾ ਇੰਡੈਕਸ ਪੋਲੂਸ਼ਨ ਕੰਟਰੋਲ ਇੰਡੈਕਸ ਜਿਹੜਾ ਹੈਗਾ ਪੋਲੂਸ਼ਨ ਇੰਡੈਕਸ ਉਹ 64 ਹੈਗਾ ਇਸੇ ਕਰਕੇ ਇਹਨੂੰ ਰੈੱਡ ਕੈਟਾਗਰੀ ਚ ਰੈਫਰੈਂਸ ਆਫ ਟੌਰਸ ਤੁਸੀਂ ਇਹ ਲਿਖਿਆ ਡਿਟੇਲ ਤੁਹਾਨੂੰ ਜਸਕੀਰਤ ਸਿੰਘ ਦੱਸ ਦੇਣਾ ਦੱਸੋ ਸਰ ਜੀ ਹਾਂਜੀ ਸੋ ਇਹ ਮੈਂ ਸਪਲੀਮੈਂਟ ਕਰ ਰਿਹਾ ਇਹਨਾਂ ਦੀ ਗੱਲ ਨੂੰ ਜਿਹੜਾ ਟਰਮਸ ਆਫ ਰੈਫਰੈਂਸ ਡਾਕੂਮੈਂਟ ਹੈ ਜਿਹੜਾ ਪਰਿਵੇਸ਼ ਵੈਬਸਾਈਟ ਤੇ ਪਿਆ ਤੁਹਾਡੀ ਵੱਲੋਂ ਭੇਜਿਆ ਗਿਆ ਉਹਨੂੰ ਮੈਂ ਡਾਊਨਲੋਡ ਕਰਕੇ ਪੜ੍ਹਿਆ ਉਹਦੇ ਵਿੱਚ 33 ਜਾਂ 35 ਕੋ ਇਦਾਂ ਦਾ ਪੇਜ ਆ ਤੇ ਬੜਾ ਕਲੀਅਰ ਲਿਖਿਆ ਔਰੇਂਜ ਕੈਟਾਗਰੀ ਹੁਣ ਮੈਂ ਦੱਸ ਰਿਹਾ ਸਰ ਤੁਹਾਡੀ ਮੈਂ ਸਮਝ ਗਿਆ ਤੁਸੀਂ ਕਹਿ ਰਹੇ ਹੋ ਡੇਟ ਪਹਿਲਾਂ ਵਾਲੀ ਤੇ ਬਾਅਦ ਵਾਲੀ ਜਿਹੜਾ ਸੁਪਰੀਮ ਕੋਰਟ ਦੀ ਜਜਮੈਂਟ ਨੇ ਉਹਨੂੰ ਚੇਂਜ ਕੀਤਾ ਆ ਕੇ ਉਹ ਜਜਮੈਂਟ ਹੈਗੀ ਆ ਫਰਵਰੀ ਦੀ ਔਰ ਜਿਨ੍ਹਾਂ ਦਾ ਉਹ ਕੇਸ ਆ ਉਹ ਬੈਠੇ ਆ ਆਪਣੇ ਕੋਲ ਉਹ ਵੀ ਦੱਸਣਗੇ ਉਹਦੇ ਬਾਰੇ ਡਿਟੇਲਸ ਤੁਹਾਡੀ ਜਿਹੜੀ ਡਾਕੂਮੈਂਟ ਹੈ ਟਰਮਸ ਆਫ ਰੈਫਰੈਂਸ ਉਹਦੇ ਉੱਤੇ ਜਿਹੜੀ ਡੇਟ ਪਈ ਹੈ ਉਹ 11 ਮਾਰਚ ਪਈ ਹੈ ਸੋ ਤੁਸੀਂ 1 ਮਹੀਨੇ ਬਾਅਦ ਜਿਹੜਾ ਉਹ ਡਾਕੂਮੈਂਟ ਜਮ੍ਹਾਂ ਕਰਾ ਰਹੇ ਹੋ ਇਹ ਜਿਨ੍ਹਾਂ ਨੇ ਕੇਸ ਕੀਤਾ ਉਹ ਗੱਲ ਕਰਦੇ ਆ ਜੀ ਮੈਂ ਜਸਿੰਦਰ ਸੇਖੋ ਹੈਗੀ ਜੀ ਪਿੰਡ ਸਾਡਾ ਫਤਿਹਗੜ੍ਹ ਛੰਨਾ ਹੈ ਤਹਿਸੀਲ ਡਿਸਟ੍ਰਿਕਟ ਸੰਗਰੂਰ
ਉੱਥੇ ਵੀ ਇੱਕ ਸੀਮੈਂਟ ਪਲਾਂਟ ਲੱਗਣਾ ਸੀਗਾ ਜਿਹੜਾ ਫਾਰਮਰਸ ਤੇ ਸਾਡੇ ਬਜ਼ੁਰਗ ਐਟ ਏਜ 93 ਸੀਗੇ ਉਦੋਂ ਅਸੀਂ ਸੁਪਰੀਮ ਕੋਰਟ ਤੋਂ ਜਿੱਤ ਕੇ ਆਏ ਹੈ। ਔਰ ਇਹ ਜਿਹੜਾ ਜਸਕੀਰਤ ਜੀ ਨੇ ਕਿਹਾ ਟਰਮਸ ਆਫ ਰੈਫਰੈਂਸ ਔਰੇਂਜ ਲੱਗਿਆ ਹੋਇਆ ਹੈ, ਇਹ ਮੈਂ ਜੇਕੇ ਸੀਮੈਂਟ ਕੰਪਨੀ ਵਾਲਿਆਂ ਨੂੰ ਪੁੱਛਣਾ ਚਾਹਨੀ ਹੈ ਵੀ ਕੰਸਲਟੈਂਟ ਦੀ ਸੋਲਮ ਡਿਊਟੀ ਹੈ ਲਾਅ ਫੋਲੋ ਕਰਨ ਨੂੰ। ਇਹ ਬਲੇਟੈਂਟ ਵਾਇਓਲੇਸ਼ਨ ਹੈ ਆਨਰੇਬਲ ਸੁਪਰੀਮ ਕੋਰਟ ਦੇ ਆਰਡਰ ਦਾ ਜਿਹੜਾ 13 ਫਰਵਰੀ 2026 ਦਾ ਸੀ ਜੀ। ਔਰ ਇਹ ਕੰਸਲਟੈਂਟ ਜੀ ਨੇ 11 ਮਾਰਚ 2026 ਨੂੰ ਅੰਡਰਟੇਕਿੰਗ ਦਿੱਤੀ ਹੈ ਚੈੱਕਲਿਸਟ ਐਪਲੀਕੇਸ਼ਨ ਫॉर ਟਰਮਸ ਆਫ ਰੈਫਰੈਂਸ ਜਿਹਦੇ 'ਚ ਲਿਖਿਆ ਵੀ ਔਰੇਂਜ ਕੈਟਾਗਰੀ ਹੈ। ਸੋ ਇਹਦੇ 'ਚ ਹੀ ਆਈ ਫੀਲ ਇਹ ਪਬਲਿਕ ਹੀਅਰਿੰਗ ਨਲ ਐਂਡ ਵੋਇਡ ਹੈ ਬਿਕੋਜ਼ ਇਹਨਾਂ ਨੇ ਇਹ ਵਾਇਓਲੇਸ਼ਨ ਕੀਤੀ ਹੈ ਆਨਰੇਬਲ ਸੁਪਰੀਮ ਕੋਰਟ ਦੀ ਆਰਡਰ ਵਿਚ ਇਜ਼ ਅ ਰਿਪੋਰਟੇਬਲ ਜਜਮੈਂਟ। ਆ ਸਾਹਮਣੇ ਹੈ ਇਹ ਇੱਕ ਹਾਂਜੀ ਸਬਮਿਟ ਕਰਾਉਣੀ ਹੈ। ਆ ਸਬਮਿਟ ਕਰੋ ਜੀ ਜਜਮੈਂਟ। ਇਹ ਬੋਲ ਦਿਓ ਕਿ ਮੇਰਾ ਇਤਰਾਜ਼ ਹੈ ਤੇ ਕਰੋ ਜੀ ਇਤਰਾਜ਼ ਹੈ ਜੀ। ਇੱਕ ਮਿੰਟ ਜੀ, ਇਹਦੇ 'ਚ ਮੇਰਾ ਇਤਰਾਜ਼ ਹੈਗਾ ਜੀ ਬਿਕੋਜ਼ ਇਹ ਗ੍ਰੋਸ ਵਾਇਓਲੇਸ਼ਨ ਹੈਗੀ। ਇਹ ਨੋਟ ਕਰੋ ਜੀ, ਨੋਟ ਕਰ ਲਿਆ ਜੀ। ਮੈਕ ਤੇ ਬੋਲੋ ਜੀ। ਇਹ ਹੈਗੀ ਜੀ ਜਜਮੈਂਟ 13 ਫਰਵਰੀ 2026 ਹਰਬਿੰਦਰ ਸਿੰਘ ਸੇਖੋ ਐਂਡ ਅਦਰਸ ਵਰਸਸ ਦ ਸਟੇਟ ਆਫ ਪੰਜਾਬ ਐਂਡ ਅਦਰਸ ਡਾਕੂਮੈਂਟ ਲੈ ਜਾਓ ਜੀ। INSC 159 2026 ਰਿਪੋਰਟੇਬਲ ਜਜਮੈਂਟ ਹੈ। ਇਹ ਡਾਕੂਮੈਂਟ ਸਬਮਿਟ ਕਰੋ ਜੀ। ਐਕਸੀਅਨ ਸਾਹਿਬ PPCB ਦੇ ਕੋਈ ਵੀ ਆ ਲਓ ਜੀ। ਅਧਿਕਾਰੀ ਤੁਸੀਂ ਕਹਿ ਦਿਓ ਮੈਂ ਪ੍ਰਪੋਜ਼ ਕਰਦੀ ਕਿ ਇਹਨੂੰ ਕੈਂਸਲ ਜਿਹੜਾ ਜਜਮੈਂਟ ਸੀਗਾ ਉਹ ਥੋੜਾ ਲੇਟ ਪਹੁੰਚਿਆ ਸੀ, ਇਸ ਕਰਕੇ ਇਹਨੂੰ ਸੇਮ ਪੁਰਾਣੇ ਤੇ ਕੋਈ ਲੇਟ ਨਹੀਂ ਪਹੁੰਚਿਆ ਜੀ। ਸਾਰੇ ਮੀਡੀਆ 'ਚ 15 ਫਰਵਰੀ ਨੂੰ ਆਇਆ ਹੈ। ਮੈਨੂੰ ਕੋ ਰਿਕਾਰਡ ਕਰੋ, ਕਹਿ ਰਹੇ ਲੇਟ ਆ ਪਲੀਜ਼ ਰਿਕਾਰਡ ਕਰੋ ਜੀ। ਕੀ ਬੇਨਤੀ ਹੈ ਪੀਪੀਸੀ ਇੱਕ ਤੇ ਜਿਹੜੇ ਰਿਕਾਰਡ ਕਰੋ ਪਹਿਲੇ ਜੋ ਕਹਿ ਰਹੇ ਲੇਟ ਪਹੁੰਚਿਆ ਹੈ। ਜਿਹੜੇ ਪੀਪੀਸੀਬੀ ਦੇ ਅਫਸਰ ਸਹਿਬਾਨ ਬੈਠੇ ਹੈ, ਜਿਹੜੀ ਸਾਡੀ ਰਿਪੋਰਟ ਹੈਗੀ ਇਹ ਸਾਰੀ ਰੈਡ ਕੈਟਾਗਰੀ ਦੇ ਬੇਸ ਤੇ ਹੀ ਬੇਸਡ ਹੈ। ਨਹੀਂ ਅਸੀਂ ਉਹ ਗੱਲ ਕਰੀਏ ਨਾ ਜਿਹੜੀ ਹੋ ਰਹੀ ਹੈ, ਜਿਹੜੀ ਵਾਇਓਲੇਸ਼ਨ ਹੋਈ ਹੈ ਉਹਨਾਂ ਨੂੰ ਪੀਪੀਸੀਬੀ ਦੇ ਅਫੀਸ਼ੀਅਲ ਰਿਕਾਰਡ ਕਰਨ, ਔਨ ਰਿਕਾਰਡ ਲੈਣ ਜਿਹੜੀ ਇਹਨਾਂ ਨੇ ਗੱਲ ਕਹੀ ਹੈ। ਸਰ ਲੈ ਲਿਆ ਜੀ। ਇਹ ਲਿਖੋ ਜੀ ਕਹਿ ਰਹੇ ਆ ਕਿ ਬਾਅਦ ਚੋਂ ਜਜਮੈਂਟ ਮਿਲੀ ਹੈ, ਲੇਟ ਮਿਲੀ ਹੈ। ਦਿਖਾਓ ਪਹਿਲੇ। ਉਹਨਾਂ ਨੂੰ ਪੁੱਛੋ ਰਿਕਾਰਡ ਹੋ ਗਿਆ ਜੀ। ਸਰ ਇੱਕ ਰਿਪਲਾਈ ਲੈ ਲਈਏ ਆਪਾਂ ਉਹਨਾਂ ਦਾ, ਨਾਲ ਉਹ ਵੀ ਨੋਟ ਕਰ ਦਿੰਦੇ। ਦੂਜਾ ਇੱਕ ਮਿੰਟ ਉਹਨਾਂ ਨੂੰ ਪੁੱਛੋ ਉਹਨਾਂ ਨੇ ਰਿਕਾਰਡ ਕਰ ਲਿਆ ਕਿ ਨਹੀਂ। ਉਹਨਾਂ ਨੇ ਮੈਕ ਦਿੱਤਾ ਸੀ ਇਸੇ ਕਰਕੇ। ਪੁੱਛੋ ਜੀ, ਦੱਸੋ ਉਹਨਾਂ ਨੇ ਕੀ ਕੀ ਰਿਕਾਰਡ ਕੀਤਾ ਹੁਣ ਤਾਈਂ। ਉਹ ਕਾਗਜ਼ ਲੈ ਕੇ ਜਾਣ। ਕਾਗਜ਼ ਲੈ ਕੇ ਗਏ ਆ, ਉਹਨਾਂ ਨੇ ਰਿਕਾਰਡ ਕੀਤਾ। ਇਤਰਾਜ਼ ਵੀ ਇਹ ਲੇਟ ਪਹੁੰਚਿਆ ਸਾਡੇ ਕੋਲੇ ਜਜਮੈਂਟ। ਵੀ ਮਹੀਨਾ ਲੇਟ ਹੋ ਸਕਦੀ ਹੈ ਜੀ ਜਜਮੈਂਟ। ਭਾਈ ਜੀ ਤੁਹਾਡੇ ਕੋਲੇ ਮੈਂ ਕਾਹਦੇ ਵਾਸਤੇ ਦਿੱਤਾ ਵੀਰ? ਰਿਕਾਰਡ ਹੋ ਗਿਆ ਜੀ। ਹੋ ਗਿਆ ਜੀ, ਹੋ ਗਿਆ, ਹੋ ਗਿਆ, ਕਹਿ ਠੀਕ ਹੈ ਰਹੇ ਹੋ ਗਿਆ। ਇਤਰਾਜ਼। ਅੱਛਾ ਇੱਕ ਮੇਰਾ ਸਵਾਲ ਹੋ ਰਿਹਾ ਜੀ, ਇਸ 'ਚ ਕੀ ਪੀਪੀਸੀਬੀ ਉੱਥੇ ਰਿਸਪੋਂਡੈਂਟ ਸੀ ਜਾਂ ਨਹੀਂ ਸੀ ਸਾਡੇ ਸ਼੍ਰੀਸ ਬੈਂਡ ਕੇਸ ਚਾਲੇ 'ਚ? PPCB ਵੀ ਜਵਾਬ ਦੇ। ਐਸਡੀਓ ਸਾਹਿਬ ਦੱਸਣ। ਪੀਪੀਸੀਬੀ ਉੱਥੇ ਪਾਰਟੀ ਸੀ, ਇਨਵੈਸਟ ਬਿਊਰੋ ਪਾਰਟੀ ਸੀ? ਸਾਡੇ ਨਾਲ ਇਹ ਧਿਆਨ 'ਚ ਨਹੀਂ ਹੈਗਾ ਜੀ। ਨਹੀਂ ਇਹ ਤੁਹਾਡਾ ਸਵਾਲ ਨਹੀਂ ਹੈਗਾ। ਚਲੋ ਰਿਕਾਰਡ ਕਰ ਲਓ, ਰਿਕਾਰਡ ਕਰ ਲਓ ਧਿਆਨ ਚਾਲੀ। ਤੁਹਾਡਾ ਇਹ ਰਿਕਾਰਡ ਕੀਤਾ ਜਾਵੇ ਜੀ। ਕੰਟੈਂਪਟ ਹੋ ਜਾਣੀ ਹੈ, ਰਿਕਾਰਡ ਕੀਤਾ ਜਾਏ ਜੀ। ਇਹ ਵਾਇਓਲੇਸ਼ਨ ਹੈ। ਸਰ ਇੱਕ ਮਿੰਟ, ਇਹ ਤੁਹਾਡੇ ਤੇ ਕੰਟੈਂਪਟ ਹੋਊਗੀ ਵੀ ਦੱਸੋ। ਕੀ ਇਹ ਦੱਸੋ ਕਿ ਜਦੋਂ ਸੁਪਰੀਮ ਕੋਰਟ ਦੀ ਡਾਇਰੈਕਸ਼ਨਸ ਆ ਜਾਂਦੀਆਂ ਕੀ ਉਹ ਤੁਹਾਡੇ ਤੇ ਬਾਈਂਡਿੰਗ ਨਹੀਂ ਹੁੰਦੀਆਂ? ਤੁਹਾਡੇ ਅਫਸਰ ਜਾਂ ਮੈਂਬਰ ਸੈਕਟਰੀ ਜਾਂ ਚੇਅਰਮੈਨ ਤੁਹਾਨੂੰ ਉਹਨਾਂ ਨੇ ਕੋਈ ਜਾਣਕਾਰੀ ਨਹੀਂ ਦਿੱਤੀ? ਸਰ ਰੈਡ ਦੀ ਗੱਲ ਨਹੀਂ ਹੈ ਜੀ, ਗੱਲ ਇਹ ਹੈ ਕਿ ਆਪਾਂ ਰਿਪੋਰਟ 'ਚ ਜੋ ਲਿਖਿਆ ਉਹਦੀ ਗੱਲ ਕਰੀਏ। ਔਨ ਡਾਕੂਮੈਂਟ ਕੀ ਹੈ ਅੱਜ ਦੀ ਡੇਟ 'ਚ? ਔਰੇਂਜ ਹੈ ਕਿ ਰੈਡ ਹੈ ਦੱਸੋ? ਕਿੱਥੇ ਦਿਖਾਓ ਜੀ, ਕਿੱਥੇ ਹੈ ਸਰ? ਕਿਹੜੇ ਕਾਗਜ਼ 'ਚ ਹੈ ਜੀ ਰੈਡ ਹੈ? ਜਿਹੜੇ ਅਪਲੋਡ ਹੋਏ ਉਹਨਾਂ 'ਚ ਕਿੱਥੇ ਰੈਡ ਲਿਖਿਆ ਜੀ? ਦੱਸੋ ਜੀ। ਅਪਲੋਡ 'ਚ ਮੈਮ ਮੈਂ ਕਲੀਅਰ ਕਰਨਾ ਚਾਹੂੰਗਾ ਇੱਥੇ ਜੀ। ਜਿਹੜਾ ਸੁਪਰੀਮ ਕੋਰਟ ਦੀ ਜਜਮੈਂਟ ਆਈ ਹੈ, ਜਿਵੇਂ ਮੈਮ ਨੇ ਦੱਸਿਆ ਫੈਬ 2026 ਦੇ ਵਿੱਚ ਆਈ ਹੈ। ਬੋਰਡ ਵੱਲੋਂ ਇਹ ਨੋਟੀਫਾਈ ਕਰ ਦਿੱਤੀ ਗਈ ਸੀਗੀ ਜੀ 4/6/2026 ਨੂੰ। ਸਰ ਇੱਕ ਦੱਸੋ, ਜਦੋਂ ਪ੍ਰਨਾਉਂਸਮੈਂਟ ਹੋਈ ਉਸ ਤੋਂ ਲਾਗੂ ਹੁੰਦੀ ਹੈ ਕਿ ਤੁਹਾਡੇ ਆਪਣੇ ਇੰਪਲੀਮੈਂਟੇਸ਼ਨ ਤੇ ਹੋਏਗੀ ਲਾਗੂ ਸੁਪਰੀਮ ਕੋਰਟ ਦੀ ਜਜਮੈਂਟ? ਸੁਪਰੀਮ ਕੋਰਟ ਹਾਈਐਸਟ ਅਪੈਕਸ ਬੋਡੀ ਹੈ ਜੀ। ਮੈਂ ਕੀ ਕਹਿ ਰਿਹਾ ਜੀ? ਇਹਦਾ ਜਵਾਬ ਹਾਂਜੀ ਦਿਓ ਪਲੀਜ਼। ਪੀਪੀਸੀਬੀ ਦਾ ਬੜਾ ਕੈਜੂਅਲ ਹੈ ਜੀ। ਨਹੀਂ ਇਹ ਦੱਸੋ ਕਿ ਇਹ ਜਿਸ ਦਿਨ ਪ੍ਰਨਾਉਂਸ ਹੋਈ ਪੀਪੀਸੀਬੀ, ਅਸੀਂ ਦੱਸ ਦਿੰਦੇ ਪਾਰਟੀ ਸੀ ਕਿ ਪੀਪੀਸੀਬੀ ਜਦੋਂ ਜਜਮੈਂਟ ਪ੍ਰਨਾਉਂਸ ਹੋਈ ਉਦੋਂ ਤੋਂ ਲਾਗੂ ਮੰਨੇਗਾ ਕਿ ਜਦੋਂ ਆਪਣੀ ਮਰਜ਼ੀ ਨਾਲ ਲਾਗੂ ਮੰਨੇਗਾ? ਦੱਸ ਦਿਓ। ਸੁਪਰੀਮ ਕੋਰਟ ਦੇ ਜਿਹੜੇ ਆਰਡਰ ਆ ਗਏ ਜੀ, ਅਸੀਂ ਉਸੇ ਡੇਟ ਤੋਂ ਹੀ ਲਾਗੂ ਮੰਨੀਏ। ਅਸੀਂ ਜਿਹੜੀ ਇਹਦਾ ਦੀ ਸਾਡੀ ਉਹ ਸੀਗੀ ਮਤਲਬ ਸਾਡੀ ਚੈਕਿੰਗ ਸੀਗੀ, ਸਾਡੀ ਰੈਗੂਲੇਟਰੀ ਬੋਡੀ ਆ, ਅਸੀਂ ਰੈਡ ਦੇ ਅਕੋਰਡਿੰਗ ਹੀ ਰਿਪੋਰਟ ਬਣਾ। ਨਹੀਂ ਤੁਸੀਂ ਜਿਹੜੀ ਇੱਕ ਮਿੰਟ ਤੁਸੀਂ ਕਿਹਾ ਕਿ ਇੱਕ ਮਿੰਟ ਤੁਸੀਂ ਇਹ ਦੱਸੋ ਕਿ ਔਰੇਂਜ ਜਦੋਂ ਤੁਹਾਡੇ ਕੋਲ ਡਾਕੂਮੈਂਟ ਆਏ ਜਿਹੜੇ ਤੁਸੀਂ ਅਪਲੋਡ ਕੀਤੇ ਉਹਦੇ 'ਚ ਰੈੱਡ ਲਿਖਿਆ ਕਿ ਔਰੇਂਜ ਲਿਖਿਆ ਦੱਸੋ? ਸਰ ਰੈੱਡ ਲਿਖਿਆ ਕਿ ਔਰੇਂਜ ਲਿਖਿਆ? ਹਾਂ ਨਾ ਜਵਾਬ। ਹਾਂ ਨਾ ਰੈੱਡ ਜਾਂ ਔਰੇਂਜ? ਰੈੱਡ ਜਾਂ ਔਰੇਂਜ? ਹਾਂਜੀ ਜਿਹੜੀ ਇਹਨਾਂ ਦਾ ਡਾਕੂਮੈਂਟ ਸਬਮਿਟ ਕੀਤਾ ਉਹ ਡਰਾਫਟ ਹੀ ਆਈ ਰਿਪੋਰਟ ਹੈ ਜੀ। ਉਹਦੇ 'ਚ ਇਹਨਾਂ ਨੇ ਔਰੇਂਜ ਸਬਮਿਟ ਕੀਤਾ ਸੀਗਾ ਜੀ।
ਅਸੀਂ ਆਪਦੀ ਰਿਪੋਰਟ ਦੇ ਵਿੱਚ ਰੈੱਡ ਇਹਨੂੰ ਕੰਸੀਡਰ ਕਰਕੇ ਜਿਹੜੀਆਂ ਗਾਈਡਲਾਈਨਸ ਰੈੱਡ ਕੈਟਾਗਰੀ ਲਈ ਲੱਗਦੀਆਂ ਨੇ ਅਸੀਂ ਉਹੀ ਗਾਈਡਲਾਈਨਾਂ ਦੇ ਆਧਾਰ ਤੇ ਇਹਨਾਂ ਨੂੰ ਨੋਟੀਫਾਈ ਕਰਾਂਗੇ। ਸਰ ਜਿਹੜੀ ਜਨਤਕ ਕੀਤੀ ਗਈ ਹੈ ਰਿਪੋਰਟ, ਜਿਹੜੀ ਜਨਤਕ ਕੀਤੀ ਗਈ ਹੈ ਰਿਪੋਰਟ, ਉਹਦੇ 'ਚ ਰੈੱਡ ਹੈ ਕਿ ਔਰੇਂਜ ਹੈ? ਉਹਦੇ ਚ orange ਆਈ ਉਹ ਹਾਂ ਬਸ ਇਹੀ ਪੁੱਛਣਾ ਚਾਹੁੰਦੇ ਆ। ਇੱਕ ਮਿੰਟ ਸਰ, ਇੱਕ ਮਿੰਟ ਇਹ ਦੱਸੋ ਜੀ, ਇੱਕ ਮਿੰਟ ਕੀ ਪੀਪੀਸੀਬੀ ਨੇ ਸੁਪਰੀਮ ਕੋਰਟ ਦੀ ਵਾਇਓਲੇਸ਼ਨ ਨਹੀਂ ਕੀਤੀ ਡਾਇਰੈਕਸ਼ਨ ਸੀ? ਔਰੇਂਜ ਡਾਕੂਮੈਂਟ ਕਿੱਦਾਂ ਅਪਲੋਡ ਹੋ ਗਿਆ ਦੱਸੋ? ਸਰ ਪੀਪੀਸੀਬੀ ਨੇ ਉਹਨਾਂ ਨੇ ਡਰਾਫਟ ਅਪਲੋਡ ਕਰਤਾ ਸਕਰੂਟਨੀ। ਸਰ ਸਕਰੂਟਨੀ ਤੁਸੀਂ ਕੀਤੀ? ਸਕਰੂਟਨੀ ਕੀਤੀ ਤੁਸੀਂ? ਨਹੀਂ ਤੁਸੀਂ ਅਪਲੋਡ ਕਰਨ ਤੋਂ ਪਹਿਲੇ ਡਾਕੂਮੈਂਟ ਦੀ ਸਕਰੂਟਨੀ ਕੀਤੀ? ਸਰ ਪੀਪੀਸੀਬੀ ਅਪਲੋਡ ਨਹੀਂ ਕਰਦੀ ਸਰ, ਇਹ ਜਿਹੜਾ ਹੈਗਾਗਾ ਆਪਣੀ ਸੀਆ ਜਿਹੜੀ ਹੈਗੀ ਹੈ। ਸਰ ਅੱਜ ਜਿਹੜਾ ਕਰ ਰਹੇ ਹੋ ਤੁਸੀਂ ਕੰਡਕਟ, ਤੁਸੀਂ ਮਾਈਕ ਤੇ ਬੋਲੋ ਸਰ। ਹੈਲੋ ਪੀਪੀਸੀਬੀ ਕੋਲ ਡਾਕੂਮੈਂਟ ਆ ਗਿਆ, ਅਸੀਂ ਉਹਦੇ ਉੱਤੇ ਸਕੂਟਰੀ ਕੀਤੀ, ਉਹਨੂੰ ਦੇਖਿਆ ਵੀ ਅਸੀਂ ਇਹ ਰੈੱਡ ਕਲਰ ਆ, ਔਰੰਜ ਨਹੀਂ ਹੈਗੀ, ਅਸੀਂ ਲਿਖ ਕੇ ਭੇਜਿਆ ਪੋਪਰਾਪ ਦੇ ਵੱਲੋਂ। ਯਾਨੀ ਕਿ ਲੋਕਾਂ ਨੂੰ ਤਾਂ ਨਹੀਂ ਪਤਾ ਕਿ ਰੈੱਡ ਹੈ ਕਿ ਔਰੰਜ ਹੈ? ਪਬਲਿਕਲੀ ਤੁਹਾਡੀ ਵੈਬਸਾਈਟ ਤੇ ਜੋ ਡਾਕੂਮੈਂਟ ਪਿਆ ਕੀ ਉਹ ਰੈੱਡ ਜਾਂ ਔਰੰਜ ਦੱਸਦਾ ਹੈ? ਚਲੋ ਨਹੀਂ ਸਰ, ਕਲੀਅਰ ਦੱਸੋ ਸਰ। ਇਹ ਕੈਜੂਅਲ ਮੀਟਿੰਗ ਨਹੀਂ ਹੋ ਰਹੀ। ਅਸੀਂ ਕਪਲ ਜੀ ਐਕਸੀਅਨ ਸਾਹਿਬ ਵਾਇਓਲੇਸ਼ਨ, ਐਕਸਕਿਊਜ਼ ਮੀ, ਇਹ ਵਾਇਓਲੇਸ਼ਨ ਆਫ ਆਨਰੇਬਲ ਸੁਪਰੀਮ ਕੋਰਟ ਦੇ ਆਰਡਰ ਦਾ ਹੈ। ਐਂਡ ਮੋਰਓਵਰ ਮੈਂ ਪੀਪੀਸੀਬੀ ਨੂੰ ਇਹ ਵੀ ਕਹਿਣਾ ਚਾਹੁੰਦੀ ਹਾਂ, ਤੁਹਾਡੇ ਮਿਸਟਰ ਰਾਜੀਵ ਗੁਪਤਾ ਹੈਗੇ ਜਿਹੜੇ ਐਸਸੀ ਹੈ, he has been now given the designation of member secretary CIAC. Okay. And ਉਹ ਉਸ ਟਾਈਮ ਐਕਸੀਅਨ ਪੀਪੀਸੀਬੀ ਸੀਗੇ ਸੰਗਰੂਰ, ਜਿਨ੍ਹਾਂ ਨੇ ਸਾਰੀ ਸਾਈਟਿੰਗਸ ਫਾਲਟਰ ਕੀਤੀ ਹੈ, ਜਿਹਦੇ ਕਾਰਨ ਸੁਪਰੀਮ ਕੋਰਟ ਜਾ ਕੇ ਪੀਪੀਸੀਬੀ ਨੂੰ ਵੀ ਸੁਣਨਾ ਪਿਆ ਉੱਥੇ। ਐਂਡ ਉਹਨਾਂ ਨੂੰ ਮੈਂ ਚੇਅਰਪਰਸਨ ਪੀਪੀਸੀਬੀ ਨੂੰ ਬਾਕੀਆਂ ਨੂੰ ਪੁੱਛਣਾ ਚਾਹੁੰਦੀ ਹਾਂ, ਹਾਊ ਆਰ ਯੂ ਪ੍ਰੋਮੋਟਿੰਗ ਸੱਚ ਪੀਪਲ ਜਿਨ੍ਹਾਂ ਨੇ ਪਹਿਲਾਂ ਵੀ ਤਬਾਹੀ ਕੀਤੀ ਸੀ? ਹੁਣ ਤੁਸੀਂ ਕੌਨਫਲਿਕਟ ਆਫ ਇੰਟਰਸਟ ਹੈ। Mr. Rajiv Gupta is SC PPCB and member secretary CIAC. Do we need such officers there? Or ਇੱਕ ਮਿੰਟ ਜੀ, let me complete. ਜਦੋਂ ਰੱਬ ਦੀ ਕਿਰਪਾ ਨਾਲ ਸੁਪਰੀਮ ਕੋਰਟ ਨੇ CLU ਕਾਸ਼ ਕੀਤਾ ਤੇ ਪਾਰਟ 2 ਜੱਜਮੈਂਟ ਔਰੇਂਜ ਕੈਟਾਗਰੀ ਵੀ ਕਾਸ਼ ਕੀਤੀ, ਮੈਂ ਉਹ 2 ਲਾਈਨਾਂ ਉਹਦੇ ਚੋਂ ਪੜ੍ਹ ਕੇ ਸੁਣਾਉਂਗੀ। ਰਾਜੀਵ ਗੁਪਤਾ ਜੀ ਨੇ ਮੈਨੂੰ WhatsApp ਤੋਂ ਬਲੌਕ ਕਰਤਾ, ਔਰ ਉਹ ਸਹੀ ਇਹ ਗੱਲ ਹੈਗੀ ਵੀ ਉਹ ਗਿਲਟੀ ਹੈ। ਹੋਰ ਅਫਸਰ ਵੀ ਮੇਰੇ ਨਾਲ ਸੰਪਰਕ ਰੱਖਦੇ ਆ। Why is PPCB promoting such officers who have already had malafide intentions? ਮੇਰਾ ਸਵਾਲ ਇਹ ਹੈਗਾ ਜੀ, ਪਹਿਲਾਂ ਤੁਸੀਂ ਇਹ ਲਿਖਤੀ ਦੇ ਦਿਓ, ਮੈਂ ਹੈਰ ਅਥਾਰਟੀ ਨੂੰ ਭੇਜ ਦਾਂਗਾ। ਮੈਂ ਤਾਂ ਔਨ ਕੈਮਰਾ ਬੋਲ ਰਹੀ ਹਾਂ, ਮੈਂ ਵੀ ਮੀਡੀਆ ਚੋਂ, ਲੈਟ ਇਟ ਬੀ ਰਿਕਾਰਡਡ। ਐਂਡ ਮੈਂ ਇਸ ਦਾ ਚੀਜ਼ ਦਾ ਅਸੀਂ ਐਕਸ਼ਨ ਦੇਖਣਾ ਚਾਹੁੰਦੇ ਹਾਂ। ਤੁਸੀਂ ਇਹਨਾਂ ਨੂੰ ਪ੍ਰਮੋਟ ਕਰਕੇ ਮੈਂਬਰ ਸੈਕਟਰੀ ਉਹਨਾਂ ਨੇ ਕਲੀਅਰ ਕਰ ਦੇਣਾ ਉੱਥੇ। ਔਰ ਪਹਿਲਾਂ ਮੇਰੇ ਕੋਲ ਪਈ ਆ ਉਹਨਾਂ ਦੀ RTI ਦੇ ਰਾਹੀਂ, ਜਿੱਥੇ ਉਹ ਸਾਈਟਿੰਗ ਹੀ ਖਾ ਗਏ, ਜਿਹੜਾ ਸੁਪਰੀਮ ਕੋਰਟ ਨੇ ਸਖਤ ਉਹਦੇ ਚ ਆਪਦੀ ਆਬਜ਼ਰਵੇਸ਼ਨਸ ਦਿੱਤੀ ਹੈ। ਨਾਇਕ ਬਸਤੀ ਖਾ ਗਏ, ਉੱਥੇ ਸਕੂਲ ਹੈਗਾ 1800 ਬੱਚੇ ਨਾਲ 290 ਮੀਟਰ ਤੇ ਉਹ ਖਾ ਗਏ। ਲੱਡਾ ਕੋਠੀ ਚਲੋ 360 ਮੀਟਰ ਦੇ ਸੀ, ਔਰ ਉਹ ਕਿਉਂਕਿ SDM ਸੰਗਰੂਰ ਦੀ ਸਾਈਟਿੰਗ ਲੈ ਲਈ, ਧੂਰੀ ਦੀ ਨਹੀਂ ਦਿੱਤੀ। ਉਹਨਾਂ ਨੇ ਹੁਸ਼ਿਆਰੀ ਨਾਲ ਕੀਤਾ ਹੈ। PPCB ਦਾ ਤਾਂ ਹੈਗਾ ਜੋ ਔਨ ਗਰਾਊਂਡ ਰਿਪੋਰਟ ਹੈ ਉਹ ਕਰਨੀ ਚਾਹੀਦੀ ਹੈ। ਐਕਸਕਿਊਜ਼ ਮੀ, ਲੈਟ ਮੀ ਫਿਨਿਸ਼, ਇੱਕ ਮਿੰਟ ਮੈਨੂੰ ਖਤਮ ਕਰ ਲੈਣ ਦਿਓ। ਔਰ ਇਹ ਹੈ ਅੰਗਰੇਜ਼ੀ ਚ, ਮੈਂ ਹੁਣੀ ਇਹਦੇ ਚ ਕਰਾਂਗੇ ਜਿਹੜਾ ਸਾਡੀ ਪਾਰਟ 2, ਜਿਹੜੀ ਪਾਰਟ 2 ਪਹਿਲੀ ਤਾਂ ਮੈਮ ਇੱਕ ਬੇਨਤੀ ਹੈ ਤੁਹਾਨੂੰ ਬੜੀ ਰਿਸਪੈਕਟਫੁਲੀ, ਆਪਾਂ ਅੱਜ ਇਸ ਪਲਾਟ ਦੀ ਗੱਲ ਕਰ ਲਈਏ, ਤੁਸੀਂ ਮੇਰੇ ਕੋਲੇ ਆ ਜਾਓ, ਆਪਾਂ ਨਹੀਂ ਆਉਣ ਦੀ ਗੱਲ ਨਹੀਂ ਜੀ, ਇਹ ਬਾਅਦ ਚ ਮੌਕੇ ਨਹੀਂ ਮਿਲਦੇ। ਅਫਸਰ ਤਾਂ ਮੈਨੂੰ ਬਲੌਕ ਕਰ ਦਿੰਦੇ ਆ। ਕੈਮਰਾ ਇਹ ਮੀਡੀਆ ਦਾ ਮੀਡੀਅਮ ਹੈਗਾ ਔਰ ਇਹ ਬੜਾ ਇੰਪੋਰਟੈਂਟ ਹੈ। ਔਰ ਮੇਰਾ ਇਹ ਸਵਾਲ ਹੈ, ਸਾਡੇ ਕੇਸ ਵੀ ਸਾਡੇ ਸੀਨੀਅਰ ਐਡਵੋਕੇਟ ਨੇ ਕਿਹਾ ਸੀ ਉੱਥੇ ਵੀ ਕਿਉਂ ਨਹੀਂ ਇਹ ਕਾਰਪੋਰੇਟ ਹਾਊਸਸ ਡੈਜ਼ਿਗਨੇਟਡ ਇੰਡਸਟਰੀਅਲ ਜ਼ੋਨ 'ਚ ਜ਼ਮੀਨ ਲੈਂਦੇ ਤੇ ਉੱਥੇ ਲਾਉਂਦੇ ਆ। ਉੱਥੇ ਤੁਹਾਡਾ ਬਿਜਲੀ ਦਾ ਇੰਤਜ਼ਾਮ ਹੈ, ਸੜਕਾਂ ਦਾ ਇੰਤਜ਼ਾਮ ਹੈ, ਕਿਉਂ ਪਿੰਡਾਂ 'ਚੋਂ ਆ ਕੇ ਜ਼ਮੀਨ ਸਸਤੀ ਲੈ ਕੇ CLU ਕਰਕੇ ਸਾਰੇ ਤਬਾਹੀ ਕਰਦੇ ਆ? ਇਨਵਾਇਰਨਮੈਂਟ ਬਹੁਤ ਇੰਪੋਰਟੈਂਟ ਹੈ। ਇਹ ਤਾਂ ਇਤਰਾਜ਼ ਨੋਟ ਕੀਤਾ ਜਾਏ ਕਿ ਜ਼ਮੀਨ ਜਿਹੜੀ ਹੈ ਇੰਡਸਟਰੀ 'ਚ ਜਾਣੀ ਚਾਹੀਦੀ ਹੈ, ਐਗਰੀਕਲਚਰ 'ਚ ਡੈਜ਼ਿਗਨੇਟਡ ਇੰਡਸਟਰੀਅਲ ਜ਼ੋਨ 'ਚ ਲੈਣ, ਉੱਥੇ ਕਰਨ। ਇੱਥੇ ਜਿਹੜੇ ਬਿਜਲੀ ਦੇ ਆਣੇ ਆ ਰਾਵਣ, ਉਹ ਸਾਰਿਆਂ ਦੇ ਖੇਤਾਂ 'ਚੋਂ ਨਿਕਲਣੇ ਆ। ਅਸੀਂ ਵੀ ਖੇਤੀ ਕਰਦੇ ਆ। ਜਿਹੜੀ ਸੜਕ ਹੈ ਉਹ ਚੌੜੀਆਂ ਨਹੀਂ ਹੈਗੀਆਂ, ਅਸੀਂ ਮਸਾਂ ਲੰਘਦੇ ਆ, ਇੱਥੇ ਟਰਾਲੇ ਲੰਘ ਕੇ ਕਿੱਥੇ ਹੋਊਗਾ? ਮੈਮ ਉਹ ਜਵਾਬ ਦੇ ਦੇਣਗੇ ਜੀ। ਉਹ ਜੇ ਅਪਰਾਧ ਨੋਟ ਹੋ ਗਿਆ ਦੱਸਣ। ਮੈਂ ਉਹੀ ਪੁੱਛ ਲਾਂ ਮੈਡਮ ਮਨਦੀਪ ਜੀ, ਜਦੋਂ ਨੋਟ ਕਰ ਲਿਆ ਮਾੜਾ ਜਿਹਾ। ਹਾਂਜੀ ਮੇਰਾ ਨਾਮ ਨੋਟ ਕਰ ਲਓ ਜੀ, ਇੰਜੀਨੀਅਰ ਕਪਿਲ ਦੇਵ। ਮਿਸਗਾਈਡਡ ਕੀਤਾ ਗਿਆ।
ਇੰਜੀਨੀਅਰ ਕਪਿਲ ਦੇਵ ਸਨ of ਸ਼੍ਰੀ ਜਗਦੀਸ਼ ਚੰਦਰ ਲੁਧਿਆਣੇ ਤੋਂ ਮਿਸਗਾਈਡ ਕੀਤਾ ਪਬਲਿਕ ਐਕਸ਼ਨ ਕਮੇਟੀ ਪਬਲਿਕ ਐਕਸ਼ਨ ਕਮੇਟੀ। ਔਰ ਅਸੀਂ ਪੁੱਛਦੇ ਹਾਂ ਵੀ ਟਰਮਸ ਆਫ ਰੈਫਰੈਂਸ ਨੂੰ ਕਿਵੇਂ ਗ੍ਰਾਂਟ ਕਰਨਗੇ ਐਗਰੀਕਲਚਰ ਲੈਂਡ ਤੇ ਫॉर ਸੈਟਿੰਗ ਅਪ ਅ ਜਿਹੜੀ ਗ੍ਰੋਸ ਜਿਵੇਂ ਕਹਿੰਦੇ ਆ ਪੋਲਿਊਸ਼ਨ ਵਾਲੀ ਫੈਕਟਰੀ। ਇੱਥੇ ਪੰਜਾਬ ਅੱਗੇ ਹੀ ਇਜ਼ ਰੀਲਿੰਗ ਅੰਡਰ ਸੋ ਮਚ ਸਟ੍ਰੈਸ। ਸਾਨੂੰ ਬਖਸ਼ ਦਿਓ, ਸਾਨੂੰ ਸ਼ਾਂਤੀ ਨਾਲ ਜੀ ਲੈਣ ਦਿਓ, ਅਸੀਂ ਪਹਿਲਾਂ ਹੋਰ ਪ੍ਰੋਬਲਮ ਸੌਰਟ ਆਊਟ ਕਰੀਏ। ਉਲਟਾ ਤੁਸੀਂ ਹੋਰ ਪ੍ਰੈਸ਼ਰ ਪਾ ਰਹੇ ਹੋ। ਪਿੰਡ ਖਤਮ ਹੋ ਜਾਣਗੇ, ਪਿੰਡ ਕਿੱਥੇ ਜਾ ਕੇ ਬਸਣਗੇ ਦੁਬਾਰਾ। ਔਰ ਸਾਡੀ ਸਟੱਡੀ ਹੈਗੀ, ਅਸੀਂ ਆਰਟੀਕਲ 32 ਚ ਪਾਇਆ ਹੈ 5 ਕਿਲੋਮੀਟਰ ਰੇਡੀਅਸ ਡੇਂਜਰ ਜ਼ੋਨ ਹੈ, ਵਿਦਨ 3 ਕਿਲੋਮੀਟਰ ਹਾਈ ਡੇਂਜਰ ਜ਼ੋਨ ਹੈ। ਉਹ ਸਾਡਾ ਆਰਟੀਕਲ ਤੁਸੀਂ ਇਹ ਨੋਟ ਕਰ ਲਓ ਪਲੀਜ਼। ਔਰ ਇਹ ਜੱਜਮੈਂਟ 'ਚ ਹੀ ਹੈਗੀ ਪਾਰਟ 2 ਮੈਂ ਜਿਹੜੀ ਦਿੱਤੀ ਹੈ। ਪਲੀਜ਼ ਗੋ ਟੂ ਦ ਪੁਆਇੰਟ ਪ੍ਰੋਪਰਲੀ 66 67 ਇੱਕ ਮਿੰਟ ਜੀ, we are not talking about, we are talking about something else at the moment. Point 66 ਹੈਗਾ ਜੀ, the revised industrial sector categorization issued by CPCB in January 2025 is quashed insofar as it reclassifies the activity described as a standalone grinding unit without CPP from the red category to the orange category. ਮੈਂ ਪੁਆਇੰਟ ਨੰਬਰ ਬੋਲ ਤੋਂ ਨੋਟ ਕਰ ਲੈਣੇ। ਮੈਂ ਭਰਾਵਾਂ ਨੂੰ ਦੱਸਣਾ ਚਾਹੁੰਦੀ ਹਾਂ ਜੀ, ਇਹ ਕੁਆਸ਼ ਹੋ ਗਈ ਸੀ ਸੁਪਰੀਮ ਕੋਰਟ ਤੋਂ ਇਸ ਆਰਡਰ ਦੇ ਨਾਲ। ਤੇ ਐਨੀ ਕੰਸੈਂਟ ਅਪਰੂਵਲ ਆਫ ਪਰਮਿਸ਼ਨ ਦੈਟ ਹੈਜ਼ ਬੀਨ ਗ੍ਰਾਂਟਡ, ਉਹ ਕਹਿੰਦੇ ਜਿਹੜੀ ਪੁਰਾਣੀ ਗ੍ਰਾਂਟ ਹੋਈ ਹੈ ਉਹ ਵੀ ਕੁਆਸ਼ ਹੋ ਗਈ ਰਿਲੈਕਸ ਸਾਈਟਿੰਗ ਦੀ। ਇੱਥੇ ਤੁਸੀਂ ਕਹਿੰਦੇ ਹੋ ਸਾਨੂੰ ਪਤਾ ਨਹੀਂ ਤੇ ਮਾਰਚ ਤੁਸੀਂ orange ਕੈਟਾਗਰੀ ਦਾ। ਮੈਮ ਆਪਾਂ ਰੈੱਡ ਕੈਟੇਗਰੀ ਆਸੀ ਤਾਂ ਰੈੱਡ ਕੈਟੇਗਰੀ ਨਹੀਂ, ਬਟ ਦ ਕੰਪਨੀ ਨੀਡਸ ਟੂ ਬੀ ਟੋਲਡ। ਨਹੀਂ ਨਹੀਂ ਇਹ ਤਾਂ ਰਿਟਨ ਹੈ ਸਰ, ਇੱਕ ਮਿੰਟ ਤੁਸੀਂ ਕਹਿੰਦੇ ਹੋ ਰੈੱਡ ਕੈਟਾਗਰੀ ਕੰਪਨੀ ਨੂੰ ਕਹਦਾ, ਮਤਲਬ ਤੁਸੀਂ ਆਪਸ 'ਚ ਖੇਡ ਰਹੇ ਹੋ। ਆਮ ਲੋਕਾਂ ਨੂੰ ਕੁਝ ਨਹੀਂ ਪਤਾ। ਨਹੀਂ ਆਮ ਲੋਕਾਂ ਨੂੰ ਸਰ, ਆਮ ਲੋਕਾਂ ਨੂੰ ਅੱਜ ਤੋਂ ਪਹਿਲੇ ਕਦੋਂ ਜਾਣਕਾਰੀ ਦਿੱਤੀ ਗਈ ਕਿ ਇਹ ਰੈੱਡ ਕੈਟਾਗਰੀ ਹੈ? ਸਰ ਅਸੀਂ ਜਿਹੜੀ ਰਿਪੋਰਟ ਆ ਸਰ ਨਹੀਂ ਕਦੋਂ ਜਾਣਕਾਰੀ ਦਿੱਤੀ ਗਈ? ਉਹਦਾ ਜਵਾਬ ਦਿਓ। ਜੀ ਕਿ ਇਹ ਰੈੱਡ ਕੈਟਾਗਰੀ ਇੰਡਸਟਰੀ ਹੈ, orange ਨਹੀਂ ਹੈ। ਆਮ ਬੰਦਿਆਂ ਨੂੰ ਜਿਹੜੀ ਤੁਸੀਂ ਜਨਤਕ ਦੇ ਆਪਣਾ ਜਿਹੜਾ ਪਬਲਿਕ ਨੋਟਿਸ ਕੱਢਿਆ ਜਨਤਕ ਸੁਣਵਾਈ ਚ ਕਹਿ ਦਿਓ। ਅੱਜ ਤੋਂ ਪਹਿਲੇ ਤਾਂ ਨਹੀਂ ਕਿਹਾ ਜੀ। ਅੱਜ ਤੋਂ ਪਹਿਲੇ ਸਰ ਜਨਤਕ ਸੁਣਵਾਈ ਤਾਂ ਅੱਜ ਹੋ ਰਹੀ ਹੈ ਨਾ। ਬੁਨਿਆਦੀ ਦੇ ਟਾਈਮ ਸਰ ਬੁਨਿਆਦੀ ਤੇ ਤੁਸੀਂ ਸਰ ਆਪਣੀ ਵੈਬਸਾਈਟ ਤੇ ਕੁਝ ਪਾਇਆ? ਸਰ ਮੈਂ ਤੁਹਾਡੇ ਕੋਲ ਕੋਈ ਵੀਡੀਓ ਹੈਗੀ ਹੈ? ਤੁਹਾਡੇ ਕੋਲ ਵੀਡੀਓ ਹੈਗੀ ਹੈ ਉਹਦੀ? ਵੀਡੀਓ ਹੈ ਤੁਹਾਡੇ ਕੋਲ ਚਲੋ ਮੈਂ ਰੈੱਡ ਤੇ ਆਬਜੈਕਸ਼ਨ ਹੈ। ਰੈਡ ਤੇ ਪਾਵਰ ਚੈਕਸ਼ਨ। ਇੱਕ ਮਿੰਟ ਇੱਕ ਹੈਲੋ, ਹਾਂਜੀ ਜਿਹੜੀ ਅਸੀਂ ਟੌਰ ਦੀ ਐਪਲੀਕੇਸ਼ਨ ਸਬਮਿਟ ਕੀਤੀ ਸੀਗੀ, ਉਹ ਮਾਰਚ ਆਪਾਂ ਟੌਰ ਦੀ ਐਪਲੀਕੇਸ਼ਨ ਸਬਮਿਟ ਕੀਤੀ ਸੀਗੀ ਤੇ ਪੋਲਿਊਸ਼ਨ ਕੰਟਰੋਲ ਬੋਰਡ ਨੇ ਹਾਂਜੀ ਪੋਲਿਊਸ਼ਨ ਕੰਟਰੋਲ ਬੋਰਡ ਨੇ ਜਿਹੜਾ ਨੋਟੀਫਿਕੇਸ਼ਨ ਕੱਢਿਆ ਸੀਗਾ ਕਿ ਇਹ ਸਾਰੀ ਰੈੱਡ ਕੈਟਾਗਰੀ 'ਚ ਆਉਣਗੀਆਂ ਅੱਗੋਂ, ਉਹ 6 ਅਪ੍ਰੈਲ 2026 ਨੂੰ ਕੱਢਿਆ ਸੀਗਾ। ਸਾਡੀ ਐਪਲੀਕੇਸ਼ਨ ਪਹਿਲਾਂ ਉੱਥੇ ਗਈ ਹੈ, ਅਸੀਂ EIA ਰਿਪੋਰਟ ਉਸ ਤੋਂ ਬਾਅਦ ਸਬਮਿਟ ਕੀਤੀ ਹੈ। ਤੇ ਨਾਲੇ EIA ਰਿਪੋਰਟ ਸਬਮਿਟ ਕਰਨ ਦਾ ਇੱਕ ਵੇ ਹੁੰਦਾ ਹੈ ਕਿ ਆਪਾਂ ਪਹਿਲੇ ਫਾਰਮ 1 PFR ਉਹ ਸਾਰਾ ਪੁਰਾਣਾ ਡਾਕੂਮੈਂਟ ਜਿਹੜਾ ਸਬਮਿਟ ਕੀਤਾ ਹੈ ਉਹ ਸਾਰਾ ਦਾ ਸਾਰਾ ਇਨਕਲੂਡ ਹੁੰਦਾ ਹੈ EIA ਰਿਪੋਰਟ ਦੇ ਨਾਲ, ਤੇ ਆਪਾਂ ਉਹ ਰਿਪੋਰਟ ਦੇ ਨਾਲ ਸਬਮਿਟ ਕੀਤਾ ਹੈ। ਉਹਦੇ ਵਿੱਚ ਲਿਖਿਆ ਹੋਇਆ ਸੀਗਾ ਬਿਕੋਜ਼ ਇਹ ਪਹਿਲਾ ਡਾਕੂਮੈਂਟ ਸਬਮਿਟ ਹੋ ਚੁੱਕਿਆ ਸੀਗਾ। ਤੁਸੀਂ ਇਹਦੀ ਕਰੈਕਸ਼ਨ ਸਰ ਸਕੂਟਨੀ ਪੰਜਾਬ ਪੋਲਿਊਸ਼ਨ ਬੋਰਡ ਕਰੂਗਾ ਕਿ ਨਹੀਂ ਕਰੂਗਾ? ਕੀ ਲੋਕਾਂ ਨੂੰ ਧੋਖਾ ਦਿੱਤਾ ਜਾਊਗਾ? ਇਹਦੇ ਬਾਰੇ ਦੱਸੂਗੇ, ਪਲੀਜ਼ ਦੱਸੋ ਜੀ। 6 ਅਪ੍ਰੈਲ ਨਹੀਂ ਇੱਕ ਮਿੰਟ, ਸਾਨੂੰ ਪੰਜਾਬ ਪੋਲਿਊਸ਼ਨ ਬੋਰਡ ਤੋਂ ਪੁੱਛ ਲੈਣ ਦਿਓ ਇਹ ਗੱਲ, ਦੱਸਿਓ ਜੀ। ਨਹੀਂ, ਪੰਜਾਬ ਪੋਲਿਊਸ਼ਨ ਕੰਟਰੋਲ ਬੋਰਡ ਇੰਨਾ ਸਲੋ ਹੈ 13 ਫਰਵਰੀ ਦਾ ਕਰਕੇ ਇਹਨਾਂ ਨੂੰ ਦੱਸਣ ਦਿਓ, ਦੱਸਿਓ ਜੀ ਜ਼ਰਾ। ਕਰਕੇ ਰਿਪੋਰਟ ਰੈੱਡ ਕੈਟੇਗਰੀ ਦੇ ਅਕੋਰਡਿੰਗ ਹੀ ਸਾਈਟਿੰਗ ਗਾਈਡਲਾਈਨਸ ਜਿਹੜੀਆਂ ਨੇ ਉਵੇਂ ਹੀ ਭੇਜੀ ਗਈ। ਤੇ ਤੁਸੀਂ ਅੱਜ ਦੀ ਜਨਤਕ ਸੁਣਵਾਈ, ਅੱਜ ਜੋ ਸਾਨੂੰ ਦਿੱਤਾ ਗਿਆ ਹੈ ਜਾਂ ਜਿੰਨਾ ਪੰਜਾਬ ਜਾਂ ਪੰਜਾਬੀ ਵਰਡ ਦੁਨੀਆ 'ਚ ਸੁਣ ਰਿਹਾ ਹੈ, ਉਹਨੂੰ ਕਿੱਥੇ ਕਰੈਕਟ ਕੀਤਾ ਤੁਸੀਂ? ਤੁਹਾਡੀ ਸਾਈਟ ਵੇਖਾਂਗੇ। ਸਰ ਸੁਪਰੀਮ ਕੋਰਟ ਦੇ ਆਰਡਰ ਆ ਜਿਹੜੇ ਉਹ ਜਨਤਕ ਹੀ ਨੇ ਜੀ। ਨਹੀਂ ਜਨਤਕ ਨਹੀਂ ਹੈ। ਨਾ ਇਹ ਨੋਟ ਕਰੋ ਜੀ, ਇਹ ਨੋਟ ਕਰੋ। ਇਹ ਕਹਿ ਰਿਹਾ ਜੀ ਜਨਤਕ ਨੇ ਲੋਕਾਂ ਨੂੰ ਗੁੰਮਰਾਹ ਕਰਕੇ ਇਹਨਾਂ ਨੇ orange ਬਣਾ ਕੇ ਇੱਥੇ ਲੋਕਾਂ ਨਾਲ ਪਬਲਿਕ ਜਨਤਕ ਸੁਣਵਾਈ ਕਰ ਰਹੇ ਨੇ। ਸਾਰੇ ਦੇਖੋ ਗਲਤੀਆਂ ਤੁਹਾਡੀਆਂ ਲੋਕੀ ਕਿਉਂ ਭੁਗਤਣ? ਤੁਹਾਡੀ ਤੁਹਾਡੀ EIA ਰਿਪੋਰਟ ਜਿਹੜੀ ਹੈ, ਜੇ orange ਕੈਟਾਗਰੀ ਹੋਵੇ ਉਹਦੇ ਨੋਰਮਸ ਅਲੱਗ ਹੁੰਦੇ ਆ ਤੇ ਰੈੱਡ ਦੇ ਅਲੱਗ ਹੁੰਦੇ ਆ ਜੀ। ਜਦੋਂ ਇਹਨਾਂ ਨੇ orange ਦੇ ਹਿਸਾਬ ਨਾਲ ਸਬਮਿਟ ਕੀਤੀ, ਇੱਕ ਮਿੰਟ ਗੱਲ ਪੂਰੀ ਸੁਣ ਲਓ। ਪਹਿਲੇ ਲਿਖੋ ਜੀ ਕਿ orange ਤੇ ਰੈੱਡ ਕੈਟਾਗਰੀ ਦੇ ਨੋਰਮਸ ਅਲੱਗ ਹੁੰਦੇ ਆ। ਇਹਨਾਂ ਨੇ ਜਿਹੜੀ ਰਿਪੋਰਟ ਸਬਮਿਟ ਕੀਤੀ ਉਹ orange ਕੈਟਾਗਰੀ ਲਿਖ ਕੇ ਕੀਤੀ ਗਈ। ਹਾਂਜੀ, ਮੈਂ ਤੁਹਾਨੂੰ ਪੁੱਛਣਾ, ਉਹਨਾਂ ਨੂੰ ਨਹੀਂ, ਕਿਉਂਕਿ ਤੁਹਾਡੀ ਰਿਪੋਰਟ ਤੁਹਾਡੇ ਕੋਲ ਆਈ ਹੈ। ਜਿਹੜੀ ਰਿਪੋਰਟ ਇਹਨਾਂ ਨੇ ਸਬਮਿਟ ਕੀਤੀ ਉਹ orange ਕੈਟਾਗਰੀ ਕਹਿ ਕੇ ਕੀਤੀ ਗਈ ਸੀ EIA ਰਿਪੋਰਟ।
ਸਰ ਮੈਨੂੰ ਇਹ ਪੁੱਛੋ ਨਹੀਂ ਪਹਿਲੇ ਸਵਾਲ ਦਾ ਜਵਾਬ ਦੇ ਲੈਣ ਦਿਓ ਤੁਸੀਂ ਕਿਹਾ ਵੀ ਪਹਿਲੇ ਦੱਸੋ ਵੈਸੇ ਹੀ ਨਾਲ ਐਂਡ ਵਾਈਡ ਹੈ ਸੁਪਰੀਮ ਕੋਰਟ ਦੇ ਆਰਡਰ ਨਾਲ ਸਰ ਉਹ ਮੈਡਮ ਉਹ ਕਰ ਲੈਂਦੇ ਹੋ ਹਾਂਜੀ ਬੋਲੋ ਦੱਸੋ ਹਾਂਜੀ ਜਿਹੜਾ ਆਨਸਰ ਹੈ ਮੈਂ ਦੇਣਾ ਚਾਹੁੰਦਾ ਇੱਥੇ ਸਰ ਆਪਾਂ ਪੀਪੀਸੀਬੀ ਤੋਂ ਪੁੱਛਿਆ ਜੀ ਪੰਜਾਬ ਪੋਲੂਸ਼ਨ ਬੋਰਡ ਜਵਾਬ ਦੇ ਪੀਪੀਸੀਬੀ ਸਟੈਚੂਟਰੀ ਅਥਾਰਟੀ ਆ, ਅਸੀਂ ਉਹਨਾਂ ਨੂੰ ਪੁੱਛ ਰਹੇ ਹਾਂ ਹਾਂਜੀ ਜਿਹੜਾ ਤੁਸੀਂ ਕਹਿ ਰਹੇ ਹੋ ਜਿਹੜੀਆਂ ਸਾਈਟਿੰਗ ਗਾਈਡਲਾਈਨਸ ਨੇ ਉਹ ਰੈੱਡ ਜਾਂ ਔਰੇਂਜ ਵੇਖ ਕੇ ਹੁੰਦੀਆਂ ਨੇ, ਉਹ ਪਲਾਂਟ ਦੇ ਬੇਸਡ ਹੁੰਦੀਆਂ ਨੇ ਜੀ। ਸੀਮੈਂਟ ਪਲਾਂਟ ਦੀਆਂ ਸਾਈਟਿੰਗ ਗਾਈਡਲਾਈਨਸ ਅਲੱਗ ਹੋਣਗੀਆਂ ਜੀ, ਕਿਸੇ ਵੀ ਰਿਫਾਈਨਰੀ ਦੀਆਂ ਅਲੱਗ ਨੇ, ਹਰੇਕ ਪਲਾਂਟ ਦੀਆਂ ਸਾਈਟਿੰਗ ਗਾਈਡਲਾਈਨਸ ਅਲੱਗ ਨੇ। ਤੁਸੀਂ ਮੇਰੇ ਤੋਂ ਪੁੱਛਿਆ ਸੀ ਰੈੱਡ ਜਾਂ ਔਰੇਂਜ ਵੇਖ ਕੇ ਹੁੰਦੀਆਂ ਨੇ, ਉਹਦਾ ਜਵਾਬ ਹੈ ਸਰ ਮੈਂ ਕਹਿ ਰਿਹਾ ਰੈੱਡ, ਮੈਂ ਰੈੱਡ ਤੇ ਔਰੇਂਜ ਦੀ ਵੀ ਗੱਲ ਕਰ ਰਿਹਾ, ਸੀਮੈਂਟ ਦੇ ਬਾਅਦ ਚੋਂ ਆਉਂਦੇ ਆ। ਮੈਂ ਪਲਾਂਟ ਬੇਸਡ ਹੁੰਦੀਆਂ ਨੇ, ਮੈਂ ਇਹ ਤਾਂ ਕਲੈਰੀਫਾਈ ਕਰਨਾ ਚਾਹੁੰਦਾ ਜਿਹੜੀਆਂ ਸਾਈਟਿੰਗ ਗਾਈਡਲਾਈਨਸ ਨੇ ਉਹ ਪਲਾਂਟ ਬੇਸਡ ਨੇ। ਪਲਾਂਟ ਬੇਸਡ ਨੇ। ਜਦੋਂ ਉਹਨਾਂ ਨੇ ਔਰੇਂਜ ਕੈਟਾਗਰੀ ਦੀ ਇਹਦੀ ਕੀਤੀ, ਕਿਉਂਕਿ ਇਹਨਾਂ ਕੋਲ ਔਰੇਂਜ ਦਾ ਹੀ ਸੀਗਾ ਨੋਟੀਫਿਕੇਸ਼ਨ, ਦੈਟ ਮੀਨਸ ਕਿ ਇਹਨਾਂ ਨੇ ਰੈੱਡ ਕੈਟਾਗਰੀ ਵਾਲੀ ਤਾਂ ਨਹੀਂ ਕੀਤੀ ਹੋਏਗੀ ਨੋਰਮਸ। ਸਰ ਸਾਈਟਿੰਗ ਗਾਈਡਲਾਈਨਸ ਨਹੀਂ, ਆਪਾਂ ਗੱਲ ਕਰੀਏ ਔਰੇਂਜ ਕੈਟਾਗਰੀ, ਉਹਨਾਂ ਦੀ ਸਬਮਿਸ਼ਨ ਦਾ ਕਰ ਰਿਹਾ। ਔਰੇਂਜ ਕੈਟਾਗਰੀ ਦੀ ਜਿਹੜੀ ਗਾਈਡਲਾਈਨਸ ਜਾਂ ਨੋਰਮਸ ਹੁੰਦੇ ਆ ਰੈੱਡ ਕੈਟਾਗਰੀ ਨਾਲੋਂ ਮਤਲਬ ਕਿ ਥੋੜੇ ਘੱਟ ਸਟ੍ਰਿਕਟ ਹੁੰਦੇ ਆ ਜੀ ਜੀ ਜੀ। ਤੇ ਇਹਨਾਂ ਨੇ ਔਰਿਜਨਲ ਕੀਤੀਆਂ ਜਿਹੜਾ ਸਰ ਔਰਿਜਨਲ ਮੈਂ ਕੀਤੀਆਂ। ਦੱਸਦਾ ਫਿਰ ਮੈਨੂੰ ਬੋਲਣ ਦਿਓ ਜੀ। ਜਿਹੜੀ ਤਹਿਸੀਲਦਾਰ ਰਿਪੋਰਟ ਹੈ ਐਕਸਕਿਊਜ਼ ਮੀ, ਆਪਾਂ ਔਰੇਂਜ ਡਿਸਕਸ ਹੀ ਨਹੀਂ ਕਰਨਾ ਜਦੋਂ ਆਨਰੇਬਲ ਸੁਪਰੀਮ ਕੋਰਟ ਨੇ ਕੋਸ਼ ਹੀ ਕਰਤਾ। ਮੈਡਮ ਉਹਨਾਂ ਦੀ ਰਿਪੋਰਟ ਨੂੰ ਗਲਤ ਮੈਡਮ ਉਹ ਜਸਟੀਫਿਕੇਸ਼ਨ ਦੱਸ ਰਹੇ ਰਿਪੋਰਟ ਦੀ ਆਪਣਾ ਤੁਸੀਂ ਇਹ ਦੱਸੋ, ਆਪਾਂ ਤਾਂ ਇਹ ਗੱਲ ਕਰ ਰਹੇ ਹਾਂ ਜਦੋਂ ਉਹਨਾਂ ਨੇ ਔਰੇਂਜ ਸਮਝ ਕੇ ਉਹਨੂੰ ਕੀਤਾ, ਔਰੇਂਜ ਦੇ ਤੁਸੀਂ ਕਹਿ ਰਹੇ ਹੋ ਕਿ ਨੋਰਮਸ ਜਿਹੜੇ ਆ ਘੱਟ ਸਟ੍ਰਿਕਟ ਹੁੰਦੇ ਆ, ਦੈਟ ਮੀਨਸ ਕਿ ਉਹਨਾਂ ਨੇ ਆਪਣਾ ਔਰੇਂਜ ਦੇ ਹਿਸਾਬ ਨਾਲ ਕੀਤਾ। ਜੇ ਰੈੱਡ ਕੈਟਾਗਰੀ ਨਾਲ ਕੀਤਾ ਹੁੰਦਾ, ਜੇ ਰੈੱਡ ਕੈਟਾਗਰੀ ਨਾਲ ਕੀਤਾ ਹੁੰਦਾ ਕੀ EIA ਰਿਪੋਰਟ 'ਚ ਕੋਈ ਫਰਕ ਆਉਂਦਾ? ਨੋਟ ਹੋ ਗਿਆ। ਮੈਂ ਰਿਪਲਾਈ ਦੇਣਾ ਹੁਣ ਮੈਂ ਰਿਪਲਾਈ ਦੇਣਾ। ਜਿਹੜੀ ਸੀਮੈਂਟ ਇੰਡਸਟਰੀ ਹੈ, ਠੀਕ ਹੈ, ਰੈੱਡ ਹੈ ਔਰੇਂਜ ਹੈ, ਸੁਪਰੀਮ ਕੋਰਟ ਦੇ ਆਰਡਰਾਂ ਤਹਿਤ ਅੱਜ ਇਹ ਜਿਹੜੀ ਕੈਟਾਗਰੀ ਆ ਇਹ ਰੈੱਡ ਕੈਟਾਗਰੀ ਇੰਡਸਟਰੀ ਹੈ। ਸਾਈਟਿੰਗ ਗਾਈਡਲਾਈਨਸ ਨੇ ਜਿਹੜੀਆਂ ਜੀ ਉਹ ਤਹਿਸੀਲਦਾਰ ਸਾਹਿਬ ਵੱਲੋਂ ਵੈਰੀਫਾਈ ਕਰਕੇ ਸਾਨੂੰ ਸਾਈਟਿੰਗ ਗਾਈਡਲਾਈਨਸ ਦੀ ਰਿਪੋਰਟ ਆਉਂਦੀ ਹੈ। ਉਹ ਜਿਹੜੀ ਰਿਪੋਰਟ ਹੈ ਜੀ ਉਹ ਇਸ ਇੰਡਸਟਰੀ ਦੀ ਰੈੱਡ ਕੈਟਾਗਰੀ ਦੇ ਹਿਸਾਬ ਨਾਲ ਸਾਰੀ ਰਿਪੋਰਟ ਤਿਆਰ ਹੋਈ ਹੈ ਜੀ। ਸਾਈਟਿੰਗ ਗਾਈਡਲਾਈਨਸ ਨੇ ਉਹ ਰੈੱਡ ਕੈਟਾਗਰੀ ਆ, ਉਹ ਸਟੈਟੂਟਰੀ ਰੈਗੂਲੇਟਰੀ ਬਾਡੀ ਦੀ ਕੰਮ ਆ ਜੀ, ਉਹ ਅਸੀਂ ਕਰ ਦਿੱਤਾ ਜੀ। ਸਰ ਇਹ ਦੱਸੋ ਤੁਸੀਂ, ਉਹਨਾਂ ਨੇ ਕਿਹਾ ਜੀ ਕਿ ਸਾਡੇ ਕੋਲ ਜਿਹੜੀ ਮਾਰਚ ਦੇ ਵਿੱਚ PPCB ਨੂੰ ਅਸੀਂ ਰਿਪੋਰਟ ਦੇ ਦਿੱਤੀ ਜੀ। ਕਦੋਂ ਦਿੱਤੀ ਸੀ? ਇੱਕ ਮਿੰਟ ਸਰ, ਇੱਕ ਮਿੰਟ 6 ਅਪ੍ਰੈਲ ਉਹ ਕਹਿੰਦੇ ਅਸੀਂ ਅਪ੍ਰੈਲ 'ਚ ਅਸੀਂ ਰਿਪੋਰਟ ਦੇ ਦਿੱਤੀ ਸੀਗੀ ਤੇ ਉਹਦੇ 'ਚ ਔਰੇਂਜ ਕਲੀਅਰਲੀ ਲਿਖਿਆ ਹੋਇਆ ਹੈ, ਸੁਪਰੀਮ ਔਰੇਂਜ ਕਲੀਅਰਲੀ ਲਿਖਿਆ ਹੋਇਆ ਹੈ, ਉਹਦੇ 'ਚ ਰੈੱਡ ਕਿਉਂ ਨਹੀਂ ਪਾਇਆ ਗਿਆ ਸੀ? ਸਰ ਮੈਂ ਹੁਣ ਇੱਕ ਗੱਲ ਦੱਸਾਂ ਜੀ, ਜਿਹੜਾ ਤੁਸੀਂ ਕਹਿ ਰਹੇ ਹੋ ਸਾਈਟਿੰਗ ਗਾਈਡਲਾਈਨਸ ਦਾ ਫਰਕ ਪੈਂਦਾ ਸਿਰਫ 에ਅਰ ਪੋਲਿਊਸ਼ਨ ਕੰਟਰੋਲ ਡਿਵਾਈਸਸ ਨੇ ਜਿਹੜੇ ਉਹ ਸੇਮ ਲੱਗਣਗੇ, ਵਾਟਰ ਦਾ ਟ੍ਰੀਟਮੈਂਟ ਆ ਉਹ ਸੇਮ ਹੋਊਗਾ ਭਾਵੇਂ ਉਹ ਔਰੇਂਜ ਹੋਵੇ ਭਾਵੇਂ ਉਹ ਰੈੱਡ ਹੋਵੇ। ਪਰ ਰਿਪੋਰਟ ਤਾਂ ਲੋਕਾਂ ਨੂੰ ਤਾਂ ਮਿਸਲੀਡ ਕੀਤਾ ਗਿਆ, ਲੋਕਾਂ ਨੂੰ ਗੁੰਮਰਾਹ ਕੀਤਾ ਗਿਆ ਕਿ ਰੈੱਡ ਜਾਂ ਔਰੇਂਜ ਹੈ। ਤੁਹਾਡਾ ਆਬਜੈਕਸ਼ਨ ਨੋਟ ਕਰ ਲਿਆ ਜਾਵੇ, ਇਹਨੂੰ ਕੰਸੀਡਰ ਕਰ ਲਿਆ ਜਾਵੇ, ਨੋਟ ਕਰ ਲਓ ਜੀ। ਕੰਕਲੂਜਨ ਹੈ ਇਹ ਵਾਇਓਲੇਸ਼ਨ ਆਫ ਦਾ ਸੁਪਰੀਮ ਕੋਰਟ ਆਰਡਰ ਹੈ ਔਰ ਅੱਜ ਦੀ ਹੀਅਰਿੰਗ ਨਲ ਐਂਡ ਵੋਇਡ ਕਰਨੀ ਚਾਹੀਦੀ ਹੈ ਟਰਮ, ਬਿਕੋਜ਼ ਤੁਸੀਂ ਲੋਕਾਂ ਨੂੰ ਗੁੰਮਰਾਹ ਕੀਤਾ ਹੈ। ਔਰੇਂਜ ਕੈਟਾਗਰੀ ਤਾਂ ਹੈ ਹੀ ਨਹੀਂ ਜਦੋਂ ਸੁਪਰੀਮ ਕੋਰਟ ਨੇ ਕੋਸ਼ ਕੀਤੀ ਹੈ। you are misguiding and PPCB ਜਿਹੜਾ ਉਹ ਸੀਮੈਂਟ ਵਾਲੇ ਕਹਿੰਦੇ ਜੀ ਉਹ ਤਾਂ ਅਪ੍ਰੈਲ 'ਚ ਕਹਿ ਰਹੇ ਆ ਵੀ ਇਹ ਹੁਣ ਔਰੇਂਜ ਕੈਟਾਗਰੀ ਹੈ ਨਹੀਂ। ਸੋ the public has been misguided, ਤੁਸੀਂ ਲੋਕਾਂ ਨੂੰ ਗੁੰਮਰਾਹ ਕੀਤਾ ਹੈ ਔਰ ਇਹ ਪਬਲਿਕ ਹੀਅਰਿੰਗ ਨਲ ਐਂਡ ਵੋਇਡ ਟਰਮ ਕਰਨੀ ਚਾਹੀਦੀ ਹੈ। ਸਰ ਮੈਂ ਇਹਦਾ ਜਵਾਬ ਦੇਣਾ ਚਾਹੁੰਦਾ ਸਰ, ਔਰ ਇਹ ਪਬਲਿਕ ਹੀਅਰਿੰਗ ਨਲ ਐਂਡ ਵੋਇਡ ਕਰਨੀ ਚਾਹੀਦੀ ਹੈ ਬਿਕੋਜ਼ ਇਟ ਇਜ਼ ਇਨ ਵਾਇਓਲੇਸ਼ਨ ਆਫ ਦ ਸੁਪਰੀਮ ਕੋਰਟ ਆਰਡਰ। ਔਰ ਇਹ ਨੋਟ ਕਰੋ ਜੀ, ਪਲੀਜ਼ ਨੋਟ ਦਿਸ ਵੀ ਇਟ ਸ਼ੁੱਡ ਬੀ ਟਰਮਡ ਐਜ਼ ਨਲ ਐਂਡ ਵੋਇਡ। ਹਾਂਜੀ ਇਹ ਆਪਣਾ ਅਗਲਾ ਸਵਾਲ ਹੈ, ਇਸ ਤੋਂ ਇੱਕ ਵਾਰੀ ਉਹਨਾਂ ਦਾ ਜਵਾਬ ਲੈ ਲਈਏ ਸਰ, ਉਹਨਾਂ ਦਾ ਜਵਾਬ ਲੈ ਲਈਏ। ਜਿਹੜਾ ਇੱਕ ਮਿਸਗਾਈਡ ਵਾਲੀ ਗੱਲ ਕਰਨਾ, ਇੱਕ ਮਿੰਟ Hello? ਕੰਪਨੀ ਦੇ ਜੋ ਮਿਸਗਾਈਡ ਜੇ ਜਿੱਥੇ ਆਪਾਂ ਰੈੱਡ ਕੈਟਾਗਰੀ ਦੀ ਗੱਲ ਕਰ ਰਹੇ ਹਾਂ, ਇਹ ਬਿਲਕੁਲ ਸਹੀ ਹੈ ਕਿ ਰੈੱਡ ਕੈਟਾਗਰੀ 'ਚ ਇਹ ਗ੍ਰਾਈਂਡਿੰਗ ਯੂਨਿਟ ਆ ਰਹੀ ਹੈ। ਜਿਹੜਾ EIA ਨੋਟੀਫਿਕੇਸ਼ਨ ਹੈ ਉਹਦੇ ਵਿੱਚ ਇਹ ਰੈੱਡ ਕੈਟਾਗਰੀ ਔਰੇਂਜ ਗ੍ਰੀਨ ਉਹਦੇ ਬਾਰੇ ਨਹੀਂ ਲਿਖਿਆ ਹੋਇਆ। ਕੰਸੈਂਟ ਜਦੋਂ ਆਪਾਂ ਲੈਂਦੇ ਆ ਉਸ ਬਾਰੇ ਰੈੱਡ ਔਰੇਂਜ ਗ੍ਰੀਨ ਦੀ ਕੈਟਾਗਰੀ ਦੀ ਗੱਲ ਕਰੀ ਜਾਂਦੀ ਹੈ। ਸੋ ਜੇ ਰਿਪੋਰਟ ਦੀ ਮੈਂ ਗੱਲ ਕਰ ਰਿਹਾ ਉਹਦੇ ਵਿੱਚ ਵੀ ਅਸੀਂ ਜਿਹੜੇ ਵੀ ਮੇਜਰਸ ਲਿੱਤੇ ਨੇ ਇਹ ਸਾਰੇ ਦੇ ਸਾਰੇ ਜਿਹੜਾ EIA ਗਾਈਡੈਂਸ ਮੈਨੂਅਲ ਹੈ, MOEF ਦੀ ਜਿਹੜੀ ਗਾਈਡਲਾਈਨਸ ਨੇ ਉਹਨਾਂ ਨੂੰ ਸਾਰਿਆਂ ਨੂੰ ਲੈ ਕੇ ਕੀਤਾ ਗਿਆ ਹੈ। ਇਹਦੇ ਵਿੱਚ ਜਿਹੜੀ ਰੈੱਡ ਕੈਟਾਗਰੀ ਦੀ ਉਹਨਾਂ ਦੇ ਉੱਤੇ ਜੋ ਮਿਟੀਗੇਸ਼ਨ ਮੇਜਰ ਲੈਣੇ ਹੁੰਦੇ ਨੇ ਉਹਨਾਂ ਨੂੰ ਲੈ ਕੇ ਹੀ ਅੱਗੇ ਕੀਤਾ ਗਿਆ ਹੈ। ਅਸੀਂ 30 ਬੈਗ ਫਿਲਟਰ ਇਹਦੇ ਵਿੱਚ ਪ੍ਰਪੋਜ਼ ਕੀਤੇ ਨੇ ਤੇ ਉਹਦੇ ਨਾਲ ਰੈਗੂਲਰ ਮੇਨਟੇਨੈਂਸ ਦੇ ਉੱਤੇ ਆਪਾਂ ਜਾਵਾਂਗੇ। ਚਲੋ ਆਪਾਂ ਅਗਲਾ ਸਵਾਲ ਪਾਈਏ। ਥੈਂਕ ਯੂ। ਇਹ ਦੱਸੋ ਮਿਸਗਾਈਡ ਦੀ ਗੱਲ ਕਰਦੇ, ਮਿਸਗਾਈਡ ਸਰ ਇੱਕ ਗੱਲ ਹੋਰ, ਜਿਵੇਂ ਮਿਸਲਾਈਡ ਦੀ ਗੱਲ ਹੋਈ ਹੈ, ਬੋਲਿਆ ਹੋਇਆ ਪਹਿਲਾਂ ਹਰ ਵਾਰੀ ਬੋਲਣਾ ਪੈਂਦਾ
ਇੱਕ ਦੱਸਿਓ ਜੇ ਤੁਸੀਂ ਕਿਹਾ ਹੁਣੇ ਇਹਨਾਂ ਨੇ ਜੋ ਪ੍ਰੈਜੈਂਟੇਸ਼ਨ ਦਿੱਤੀ ਹੈ ਮੈਡਮ ਨੇ ਕਿ 70% ਟਰਾਂਸਪੋਰਟੇਸ਼ਨ ਰੇਲਵੇ ਤੇ ਹੋਊਗੀ, ਕਿਹਾ ਨਾ ਜੀ? ਇਹ ਰਿਪੋਰਟ 'ਚ ਕਿੱਥੇ ਲਿਖਿਆ ਹੋਇਆ ਹੈ? ਪੇਜ ਨੰਬਰ ਦੱਸ ਦਿਓ, ਰਿਪੋਰਟ 'ਚ ਕਿੱਥੇ ਲਿਖਿਆ ਹੋਇਆ ਹੈ? ਕੋਣੀ ਦੱਸਣਗੇ, ਇਹ ਕੱਢ ਕੇ ਰੱਖਿਓ ਜੀ ਮਾੜਾ ਜਿਹਾ। ਮੈਡਮ